ਵਿਗਿਆਨ ਪੜ੍ਹਨ ਲਈ YouTube ਉੱਤੇ ਪ੍ਰਸਿੱਧ ਚੈਨਲ ਨੂੰ ਛੇਤੀ ਤੋਂ ਛੇਤੀ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਵੀਡੀਓਜ਼ ਦੀ ਇੰਟੀਮੇਸ਼ਨ ਲਈ। ਹੈਲੋ ਬੱਚਿਓ, ਅੱਜ ਅਸੀਂ ਇਸ ਵੀਡੀਓ ਦੇ ਵਿੱਚ ਮਾਈਕਰੋ ਆਰਗੈਨਿਜ਼ਮ ਜਾਂ ਸੂਖਮ ਜੀਵਾਂ ਬਾਰੇ ਪੜ੍ਹਾਂਗੇ। ਮਾਈਕਰੋ ਮੀਨਸ ਸੂਖਮ, ਮੀਨਸ ਬਹੁਤ ਛੋਟੇ, ਆਰਗੈਨਿਜ਼ਮ ਮੀਨਸ ਜੀਵ। ਸੋ ਮਾਈਕਰੋ ਆਰਗੈਨਿਜ਼ਮ ਮੀਨਸ ਸੂਖਮ ਜੀਵ, ਜਿਹੜੇ ਜੀਵ ਬਹੁਤ ਹੀ ਛੋਟੇ ਹੋਣ। ਇਹ ਇੰਨੇ ਛੋਟੇ ਹੁੰਦੇ ਹਨ ਕਿ ਇਹ ਨੰਗੀ ਅੱਖ ਨਾਲ ਵੀ ਸਾਨੂੰ ਦਿਖਾਈ ਨਹੀਂ ਦਿੰਦੇ। ਸੂਖਮ ਜੀਵਾਂ ਨੂੰ ਬੇਟਾ 4 ਪ੍ਰਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਫਸਟ ਕਿਹੜੀ ਹੈ? ਬੈਕਟੀਰੀਆ ਜਾਂ ਜੀਵਾਣੂ। ਦੈਨ ਹੈ ਫੰਜਾਈ ਜਾਂ ਉੱਲੀਆਂ। ਦੈਨ ਪ੍ਰੋਟੋਜ਼ੋਆ ਅਤੇ ਫਿਰ ਕਾਈ ਜਾਂ ਐਲਗੀ। ਸੂਖਮ ਜੀਵਾਂ ਨੂੰ ਦੇਖਣ ਲਈ ਇਹ ਆਲੇ ਦੁਆਲੇ ਜਿਹੜੀ ਸਾਡੀ ਹਵਾ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਸੂਖਮ ਜੀਵ ਹੁੰਦੇ ਹਨ, ਪਰ ਇਹ ਸਾਨੂੰ ਦਿਖਾਈ ਨਹੀਂ ਦਿੰਦੇ। ਇਹਨਾਂ ਨੂੰ ਦੇਖਣ ਲਈ ਸੂਖਮਦਰਸ਼ੀ ਦੀ, ਮਾਈਕਰੋਸਕੋਪ ਦੀ ਜ਼ਰੂਰਤ ਹੁੰਦੀ ਹੈ। ਸੂਖਮ ਜੀਵ ਹਰ ਤਰ੍ਹਾਂ ਦੇ ਇਨਵਾਇਰਮੈਂਟ ਵਿੱਚ ਵੀ ਰਹਿ ਲੈਂਦੇ ਹਨ। ਇਹ ਠੰਡੇ ਪਾਣੀ, ਬਰਫ਼, ਗਰਮ ਪਾਣੀ ਦੇ ਚਸ਼ਮੇ, ਮਾਰੂਥਲ, ਦਲਦਲੀ ਥਾਵਾਂ, ਹਰ ਤਰ੍ਹਾਂ ਦੀਆਂ ਥਾਵਾਂ ਦੇ ਵਿੱਚ ਸੂਖਮ ਜੀਵ ਰਹਿੰਦੇ ਹਨ। ਅੱਜ ਅਸੀਂ ਸੂਖਮ ਜੀਵਾਂ ਦੇ ਉਪਯੋਗ ਪੜ੍ਹਾਂਗੇ, ਕਿਉਂਕਿ ਸੂਖਮ ਜੀਵ ਬਹੁਤ ਸਾਰੇ ਕੰਮਾਂ ਲਈ ਵਰਤੇ ਜਾਂਦੇ ਹਨ। ਦਹੀਂ ਅਤੇ ਡਬਲ ਰੋਟੀ ਬਣਾਉਣਾ। ਦਹੀਂ ਬਣਾਉਣ ਲਈ ਸੂਖਮ ਜੀਵਾਂ ਦੀ ਵਰਤੋਂ ਹੁੰਦੀ ਹੈ। ਕਿਹੜਾ ਸੂਖਮ ਜੀਵ ਦੁੱਧ ਨੂੰ ਦਹੀਂ ਵਿੱਚ ਕਨਵਰਟ ਕਰਦਾ ਹੈ? ਲੈਕਟੋਬੈਸੀਲਸ। ਜਦੋਂ ਦਹੀਂ ਵਿੱਚ ਲੈਕਟੋਬੈਸੀਲਸ ਨਾਂ ਦੇ ਜੀਵਾਣੂ ਹੁੰਦੇ ਹਨ। ਜਦੋਂ ਥੋੜ੍ਹੇ ਜਿਹੇ ਦਹੀਂ ਨੂੰ ਦੁੱਧ ਵਿੱਚ ਮਿਲਾਇਆ ਜਾਂਦਾ ਹੈ ਤਾਂ ਇਹ ਲੈਕਟੋਬੈਸੀਲਸ ਨਾਂ ਦੇ ਜੀਵਾਣੂ ਬਹੁਤ ਤੇਜ਼ੀ ਨਾਲ ਵੱਧਦੇ ਹਨ ਅਤੇ ਜਦੋਂ 5-6 ਘੰਟਿਆਂ ਵਿੱਚ ਦੁੱਧ ਨੂੰ ਦਹੀਂ ਦੇ ਵਿੱਚ ਬਦਲ ਦਿੰਦੇ ਹਨ ਅਤੇ ਸੂਖਮਦਰਸ਼ੀ ਹੇਠਾਂ ਦੇਖਦੇ ਹਾਂ ਤਾਂ ਸਾਨੂੰ ਉਸ ਵਿੱਚ ਇਸ ਤਰ੍ਹਾਂ ਦੇ ਜੀਵਾਣੂ ਦਿਖਦੇ ਹਨ। ਅਤੇ ਸਾਨੂੰ ਸਾਰਿਆਂ ਨੂੰ ਦਹੀਂ ਹਰ ਰੋਜ਼ ਖਾਣਾ ਚਾਹੀਦਾ ਹੈ, ਕਿਉਂਕਿ ਇਹ ਜਿਹੜੇ ਜੀਵਾਣੂ ਨੇ, ਲੈਕਟੋਬੈਸੀਲਸ ਜੀਵਾਣੂ, ਸਾਡੀ ਗਟ ਹੈਲਥ ਲਈ, ਸਾਡੇ ਡਾਈਜੈਸਟਿਵ ਸਿਸਟਮ ਲਈ, ਸਾਡੇ ਸਰੀਰ ਲਈ ਬਹੁਤ ਚੰਗੇ ਹੁੰਦੇ ਹਨ। ਹੁਣ ਬੇਟਾ ਅਸੀਂ ਆਮ ਦੇਖਦੇ ਹਾਂ ਕਿ ਜਿਹੜੇ ਬ੍ਰੈਡ ਜਾਂ ਕੇਕ ਹੁੰਦੇ ਹਨ ਇਹ ਪੋਰਸ ਹੁੰਦੇ ਹਨ। ਇਹ ਬਹੁਤ ਸੌਫਟ ਅਤੇ ਸਪੌਂਜੀ ਹੁੰਦੇ ਹਨ। ਇਸ ਦਾ ਕੀ ਕਾਰਨ ਹੈ ਕਿ ਬ੍ਰੈਡ ਅਤੇ ਕੇਕ, ਇਸ ਨੂੰ ਜਦੋਂ ਬਣਾਇਆ ਜਾਂਦਾ ਹੈ ਤਾਂ ਇਹਨਾਂ ਦੇ ਆਟੇ ਵਿੱਚ ਥੋੜ੍ਹਾ ਜਿਹਾ ਖਮੀਰ ਮਿਲਾਇਆ ਜਾਂਦਾ ਹੈ। ਜਾਂ ਜਦੋਂ ਅਸੀਂ ਘਰਾਂ ਵਿੱਚ ਭਟੂਰੇ ਵੀ ਬਣਾਉਂਦੇ ਹਾਂ ਤਾਂ ਅਸੀਂ ਥੋੜ੍ਹਾ ਜਿਹਾ ਵਿੱਚ ਖਮੀਰ ਮਿਲਾਉਂਦੇ ਹਾਂ। ਖਮੀਰ ਦੇ ਮਿਲਾਉਣ ਨਾਲ ਕੀ ਹੁੰਦਾ ਹੈ? ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ, ਕਿਉਂਕਿ ਖਮੀਰ ਜਾਂ ਯੀਸਟ ਇਹ ਜਣਨ ਕਿਰਿਆ ਕਰਦੀ ਹੈ ਅਤੇ ਕਾਰਬਨ ਡਾਈਆਕਸਾਈਡ ਗੈਸ ਸਾਹ ਕਿਰਿਆ ਦੁਆਰਾ ਪੈਦਾ ਕਰਦੀ ਹੈ, ਜਿਸ ਨਾਲ ਕਾਰਬਨ ਡਾਈਆਕਸਾਈਡ ਗੈਸ ਦੇ ਬੁਲਬੁਲੇ ਆਟੇ ਵਿੱਚ ਫੈਲ ਜਾਂਦੇ ਹਨ ਅਤੇ ਆਟਾ ਫੁੱਲ ਜਾਂਦਾ ਹੈ, ਜਿਸ ਦੇ ਕਰਕੇ ਬ੍ਰੈਡ, ਕੇਕ ਜਾਂ ਜਿਹੜੇ ਅਸੀਂ ਭਟੂਰੇ ਬਣਾਉਂਦੇ ਹਾਂ ਉਹ ਬੜੇ ਸੌਫਟ, ਸਪੌਂਜੀ ਅਤੇ ਪੋਰਸ ਸਾਨੂੰ ਨਜ਼ਰ ਆਉਂਦੇ ਹਨ। ਅਗਲਾ ਉਪਯੋਗ ਜੀਵਾਣੂਆਂ ਦਾ ਕੀ ਹੈ? ਜੀਵਾਣੂਆਂ ਦੇ ਵਪਾਰਕ ਵੱਡੇ ਪੱਧਰ 'ਤੇ ਐਲਕੋਹਲ, ਸ਼ਰਾਬ, ਐਸਟਿਕ ਐਸਿਡ ਬਣਾਉਣ ਲਈ ਜੀਵਾਣੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕੰਮ ਲਈ ਬਾਜਰੇ, ਕਣਕ, ਚਾਵਲ ਜਾਂ ਫਲਾਂ ਦਾ ਜੂਸ, ਇਹ ਜਿਹੜੇ ਸਾਰੇ ਕਾਰਬੋਹਾਈਡਰੇਟਸ ਨੇ, ਇਹਨਾਂ ਵਿਚਲੀ ਸ਼ੂਗਰ ਜਾਂ ਇਹਨਾਂ ਵਿਚਲੀ ਜਿਹੜੀ ਖੰਡ ਆ, ਇਸ ਨੂੰ ਖਮੀਰ ਦੇ ਨਾਲ ਕਿਰਿਆ ਕਰਵਾਈ ਜਾਂਦੀ ਹੈ ਅਤੇ ਖਮੀਰ ਕਾਰਬੋਹਾਈਡਰੇਟਸ ਵਿਚਲੀ ਖੰਡ ਨੂੰ ਐਲਕੋਹਲ ਵਿੱਚ ਬਦਲ ਦਿੰਦੀ ਹੈ ਅਤੇ ਇਸ ਕਿਰਿਆ ਨੂੰ ਖਮੀਰਨ ਕਿਰਿਆ ਕਹਿੰਦੇ ਹਨ। ਇਸ ਤਰ੍ਹਾਂ ਉਦਯੋਗਾਂ ਵਿੱਚ ਵੱਡੇ ਪੱਧਰ 'ਤੇ ਐਲਕੋਹਲ ਖਮੀਰਨ ਕਿਰਿਆ ਨਾਲ ਬਣਾਈ ਜਾਂਦੀ ਹੈ। ਖਮੀਰਨ ਕਿਰਿਆ ਵਿੱਚ ਕਾਰਬੋਹਾਈਡਰੇਟਸ ਵਿਚਲੀ ਖੰਡ ਨੂੰ ਅਸੀਂ ਐਲਕੋਹਲ ਵਿੱਚ ਬਦਲਦੇ ਹਾਂ। ਖਮੀਰਨ ਕਿਰਿਆ ਦੀ ਖੋਜ ਲੂਇਸ ਪਾਸਚਰ ਨੇ 1857 ਈਸਵੀ ਵਿੱਚ ਕੀਤੀ। ਨੈਕਸਟ ਸੂਖਮ ਜੀਵਾਂ ਦਾ ਉਪਯੋਗ ਹੈ ਦਵਾਈਆਂ ਬਣਾਉਣ ਵਿੱਚ ਜੀਵਾਣੂਆਂ ਦੀ ਵਰਤੋਂ।
ਯੂਜ਼ ਆਫ ਬੈਕਟੀਰੀਆ ਇਨ ਮੈਡੀਸਿਨਸ। ਬੱਚਿਓ, ਜਦੋਂ ਅਸੀਂ ਬਿਮਾਰ ਹੁੰਦੇ ਹਾਂ, ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਸਾਨੂੰ ਕਈ ਵਾਰ ਐਂਟੀਬਾਇਓਟਿਕਸ, ਪ੍ਰਤੀਜੈਵਿਕ ਦਵਾਈਆਂ ਸਾਨੂੰ ਦਿੰਦੇ ਹਨ। ਇਹ ਦਵਾਈਆਂ, ਇਹ ਐਂਟੀਬਾਇਓਟਿਕਸ ਕੀ ਕਰਦੇ ਹਨ? ਇਹ ਜਿਹੜੇ ਬਿਮਾਰੀ ਕਰਨ ਵਾਲੇ ਜੀਵਾਣੂ ਨੇ ਸਾਡੇ ਸਰੀਰ ਵਿੱਚ, ਉਹਨਾਂ ਨੂੰ ਜਾਂ ਤਾਂ ਮਾਰ ਦਿੰਦੇ ਹਨ ਜਾਂ ਉਹਨਾਂ ਦੀ ਵਾਧੇ ਨੂੰ ਰੋਕ ਦਿੰਦੇ ਹਨ। ਇਸ ਲਈ ਇਹਨਾਂ ਦਾ ਬਹੁਤ ਵੱਡਾ ਉਪਯੋਗ ਹੈ ਕਿ ਇਹ ਬਿਮਾਰੀ ਫੈਲਾਉਣ ਵਾਲੇ ਜੀਵਾਣੂਆਂ ਨੂੰ ਸਰੀਰ ਵਿੱਚ ਮਾਰ ਦਿੰਦੇ ਹਨ। ਇਹਨਾਂ ਦਵਾਈਆਂ ਨੂੰ ਪ੍ਰਤੀਜੈਵਿਕ ਦਵਾਈਆਂ ਜਾਂ ਐਂਟੀਬਾਇਓਟਿਕਸ ਵੀ ਕਹਿੰਦੇ ਹਨ। ਜਿਹੜੇ ਕਾਮਨਲੀ ਯੂਜ਼ਡ ਐਂਟੀਬਾਇਓਟਿਕਸ ਨੇ ਉਹ ਕਿਹੜੇ ਹਨ? ਸਟ੍ਰੈਪਟੋਮਾਈਸਿਨ, ਟੈਟਰਾਸਾਈਕਲਿਨ, ਰਿਥਰੋਮਾਈਸਿਨ। ਅਤੇ ਐਂਟੀਬਾਇਓਟਿਕਸ ਜਾਂ ਪ੍ਰਤੀਜੈਵਿਕ ਦਵਾਈਆਂ ਦੀ ਖੋਜ ਸਭ ਤੋਂ ਪਹਿਲਾਂ ਅਲੈਗਜ਼ੈਂਡਰ ਫਲੈਮਿੰਗ ਨੇ ਕੀਤੀ। ਜਦੋਂ ਉਹ ਆਪਣੀ ਲੈਬੋਰਟਰੀ ਵਿੱਚ ਕੰਮ ਕਰ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਛੋਟੇ ਰੰਗ ਦੀ ਉੱਲੀ ਜਿਹੜੇ ਜੀਵਾਣੂਆਂ ਦਾ ਵਾਧਾ ਉਹ ਸਟੱਡੀ ਕਰ ਰਹੇ ਸੀ, ਉਹਨਾਂ ਨੂੰ, ਉਸ ਦੇ ਵਾਧੇ ਨੂੰ ਰੋਕ ਰਹੀ ਸੀ, ਉਹਨਾਂ ਨੂੰ ਮਾਰ ਰਹੀ ਸੀ। ਅਤੇ ਇਸ ਤਰ੍ਹਾਂ ਉਹਨਾਂ ਨੇ ਪੈਨੀਸਿਲਿਨ ਐਂਟੀਬਾਇਓਟਿਕ ਦੀ ਖੋਜ ਕੀਤੀ, ਜਿਸ ਕਰਕੇ ਅੱਜ ਅਸੀਂ ਸਾਰੇ ਲੋਕ ਜਿਹੜੇ ਹਾਂ ਉਹ ਅਸੀਂ ਕਿਸੇ ਵੀ ਬਿਮਾਰੀ ਤੋਂ ਅਗਰ ਗ੍ਰਸਤ ਵੀ ਹੁੰਦੇ ਹਾਂ ਤਾਂ ਬਚ ਜਾਂਦੇ ਹਾਂ। ਅਤੇ ਬਹੁਤ ਹੀ ਧਿਆਨਯੋਗ ਗੱਲ ਯਾਦ ਰੱਖਣ ਵਾਲੀ ਹੈ ਕਿ ਪ੍ਰਤੀਜੈਵਿਕ ਦਵਾਈਆਂ ਦੀ ਵਰਤੋਂ ਆਪਣੇ ਆਪ ਨਹੀਂ ਕਰਨੀ ਚਾਹੀਦੀ। ਅਗਰ ਅਸੀਂ ਬਿਮਾਰ ਹੁੰਦੇ ਹਾਂ ਤਾਂ ਡਾਕਟਰ ਕੋਲ ਜਾਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਲੈ ਕੇ ਹੀ ਇਹਨਾਂ ਦਵਾਈਆਂ ਦਾ ਪੂਰਾ ਕੋਰਸ ਕਰਨਾ ਚਾਹੀਦਾ ਹੈ, ਕਿਉਂਕਿ ਅਗਰ ਇਹਨਾਂ ਦੀ ਵਰਤੋਂ ਬਿਨਾਂ ਲੋੜ ਤੋਂ ਜਾਂ ਗਲਤ ਮਾਤਰਾ ਵਿੱਚ ਕਰਦੇ ਹਾਂ ਅਤੇ ਫਿਰ ਇਹਨਾਂ ਦਵਾਈਆਂ ਦਾ ਸਾਡੇ ਸਰੀਰ 'ਤੇ ਅਸਰ ਨਹੀਂ ਹੁੰਦਾ ਅਤੇ ਇਹ ਸਾਡੇ ਸਰੀਰ ਵਿਚਲੇ ਲਾਭਦਾਇਕ ਜੀਵਾਣੂਆਂ ਨੂੰ ਵੀ ਮਾਰ ਸਕਦੀਆਂ ਹਨ। ਇਸ ਤਰ੍ਹਾਂ ਇਹ ਐਂਟੀਬਾਇਓਟਿਕਸ ਸਾਡੇ ਸਰੀਰ ਵਿੱਚ ਹਾਨੀ ਪਹੁੰਚਾਉਣ ਵਾਲੇ ਕੀਟਾਣੂਆਂ ਨੂੰ, ਰੋਗਾਣੂਆਂ ਨੂੰ ਮਾਰ ਦਿੰਦੇ ਹਨ ਅਤੇ ਭਜਾ ਦਿੰਦੇ ਹਨ। ਹੁਣ ਹੈ ਵੈਕਸੀਨੇਸ਼ਨ, ਟੀਕਾਕਰਨ। ਜਦੋਂ ਕੋਈ ਬਿਮਾਰੀ ਫੈਲਾਉਣ ਵਾਲਾ ਜੀਵਾਣੂ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਸਾਡਾ ਸਰੀਰ ਉਸ ਜੀਵਾਣੂ ਨਾਲ ਲੜਨ ਲਈ ਐਂਟੀਬਾਡੀਜ਼ ਪੈਦਾ ਕਰਦਾ ਹੈ ਅਤੇ ਸਰੀਰ ਇਹ ਵੀ ਯਾਦ ਰੱਖਦਾ ਹੈ ਕਿ ਇਸ ਜੀਵਾਣੂ ਨਾਲ ਇਨ ਫਿਊਚਰ ਕਿਵੇਂ ਲੜਨਾ ਹੈ। ਇਸ ਲਈ ਵੈਕਸੀਨੇਸ਼ਨ ਦਾ ਸਿਧਾਂਤ ਵੀ ਇਸੇ 'ਤੇ ਕੰਮ ਕਰਦਾ ਹੈ। ਵੈਕਸੀਨੇਸ਼ਨ ਵਿੱਚ ਮਰੇ ਹੋਏ ਜਾਂ ਬਹੁਤ ਹੀ ਕਮਜ਼ੋਰ ਜੀਵਾਣੂ ਸਰੀਰ ਵਿੱਚ ਦਾਖਲ ਕਰਵਾਏ ਜਾਂਦੇ ਹਨ। ਇਹ ਜੀਵਾਣੂ ਰੋਗ ਨਹੀਂ ਪੈਦਾ ਕਰ ਸਕਦੇ, ਲੇਕਿਨ ਸਾਡਾ ਸਰੀਰ ਉਹਨਾਂ ਜੀਵਾਣੂਆਂ ਨਾਲ ਲੜਨ ਲਈ ਐਂਟੀਬਾਡੀਜ਼ ਪੈਦਾ ਕਰ ਲੈਂਦਾ ਹੈ ਅਤੇ ਇਹ ਐਂਟੀਬਾਡੀਜ਼ ਇਨ ਫਿਊਚਰ ਅਗਰ ਸਰੀਰ ਵਿੱਚ ਸੱਚਮੁੱਚ ਉਹ ਜੀਵਾਣੂ ਆਉਂਦਾ ਹੈ ਤਾਂ ਉਸਨੂੰ ਪਹਿਲਾਂ ਹੀ ਮਾਰ ਮੁਕਾਉਂਦੇ ਹਨ ਤਾਂ ਕਿ ਉਹ ਇਨਫੈਕਸ਼ਨ ਪੈਦਾ ਨਾ ਕਰ ਸਕੇ। ਸੋ ਵੈਕਸੀਨੇਸ਼ਨ ਅਸੀਂ ਆਮ ਤੌਰ 'ਤੇ ਦੇਖਿਆ ਹੈ ਕਿ ਪੋਲੀਓ ਦੇ ਵੀ ਕੈਂਪ ਲੱਗਦੇ ਹਨ। ਪੋਲੀਓ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਵੀ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਹਨ। ਚੇਚਕ ਵਿਰੁੱਧ ਵੀ ਵਰਲਡ ਲੈਵਲ ਚੇਚਕ ਦੇ ਅਗੇਂਸਟ ਵੈਕਸੀਨੇਸ਼ਨ ਕਰਵਾਈ ਗਈ ਹੈ। ਅਤੇ ਵੈਕਸੀਨੇਸ਼ਨ ਦੀ ਖੋਜ ਐਡਵਰਡ ਜੀਨਰ ਨੇ 1798 ਈਸਵੀ ਵਿੱਚ ਚੇਚਕ ਦੀ ਰੋਕਥਾਮ ਕਰਨ ਲਈ ਵੈਕਸੀਨੇਸ਼ਨ ਦੀ ਖੋਜ ਕੀਤੀ ਸੀ। ਵੈਕਸੀਨੇਸ਼ਨ ਤੋਂ ਬਾਅਦ ਜਾਂ ਟੀਕਾਕਰਨ ਤੋਂ ਬਾਅਦ ਐਂਟੀਬਾਡੀਜ਼ ਸਾਡੇ ਸਰੀਰ ਵਿੱਚ, ਬਲੱਡ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਜਿਵੇਂ ਹੀ ਜੀਵਾਣੂ ਕੋਈ ਸਰੀਰ ਵਿੱਚ ਦਾਖਲ ਹੁੰਦਾ ਹੈ ਅਤੇ ਉਸਨੂੰ ਦਬੋਚ ਲੈਂਦੇ ਹਨ। ਨੈਕਸਟ ਹੈ ਵਾਤਾਵਰਨ ਦੀ ਸਫਾਈ। ਜੀਵਾਣੂ ਵਾਤਾਵਰਨ ਦੀ ਸਫਾਈ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਬੱਚਿਓ, ਤੁਸੀਂ ਸਾਰਿਆਂ ਨੇ ਇਹ ਆਪਣੀਆਂ ਪਹਿਲੀਆਂ ਕਲਾਸਾਂ ਦੇ ਵਿੱਚ ਇਹ ਐਕਟੀਵਿਟੀ ਕੀਤੀ ਹੈ, ਜਦੋਂ ਅਸੀਂ ਆਪਣੇ ਸਕੂਲ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਟੋਏ ਪਟਕੇ ਵਿੱਚ ਜੈਵ ਵਿਘਟਨਸ਼ੀਲ ਕਚਰਾ ਜਿਵੇਂ ਪੌਦਿਆਂ, ਫਲਾਂ, ਸਬਜ਼ੀਆਂ ਦੇ ਛਿਲਕੇ ਜਾਂ ਬਚਿਆ ਖੁਚਿਆ ਖਾਣਾ ਉਸ ਦੇ ਵਿੱਚ ਟੋਏ ਦੇ ਵਿੱਚ ਪਾਉਂਦੇ ਰਹਿੰਦੇ ਹਾਂ ਅਤੇ ਫਿਰ ਅਸੀਂ ਜਦੋਂ ਇਸ ਨੂੰ ਮਿੱਟੀ ਨਾਲ ਢੱਕ ਦਿੰਦੇ ਹਾਂ ਤਾਂ ਕੁਝ ਮਹੀਨਿਆਂ ਬਾਅਦ ਇਹ ਫਿਰ ਤੋਂ ਮਿੱਟੀ ਦੇ ਵਿੱਚ ਦੇਸੀ ਖਾਦ ਦੇ ਵਿੱਚ ਬਦਲ ਜਾਂਦਾ ਹੈ ਅਤੇ ਮਿੱਟੀ ਨੂੰ ਉਸ ਦੇ ਪੋਸ਼ਕ ਤੱਤ ਜਿਹੜੇ ਹਨ ਵਾਪਸ ਮਿਲ ਜਾਂਦੇ ਹਨ। ਅਤੇ ਇਹਨਾਂ ਸਾਰਿਆਂ ਨੂੰ ਮਿੱਟੀ ਵਿੱਚ ਕੌਣ ਮਿਲਾਉਂਦੇ ਹਨ? ਸੂਖਮ ਜੀਵ।
ਸੂਖਮ ਜੀਵ ਹੀ ਕਚਰੇ ਦੇ ਉੱਤੇ ਕਿਰਿਆ ਕਰਕੇ ਉਸ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ ਅਤੇ ਮਿੱਟੀ ਦੇ ਪੋਸ਼ਕ ਤੱਤ ਮਿੱਟੀ ਨੂੰ ਵਾਪਸ ਕਰ ਦਿੰਦੇ ਹਨ। ਕੁਝ ਸੂਖਮ ਜੀਵ ਭੂਮੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। They increase the fertility of the soil. For example, ਬੇਟਾ ਜਿਹੜੇ ਲੈਗੂਮੀਨਸ ਪਲਾਂਟਸ ਹੁੰਦੇ ਹਨ ਜਿਵੇਂ ਫਲੀਆਂ, ਮਟਰ, ਛੋਲੇ, ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਰੂਟ ਨੋਡਿਊਲਸ ਜਿਹੜੇ ਨੇ ਇਹ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਬਣਾਉਂਦੇ ਹਨ ਅਤੇ ਉਹਨਾਂ ਰੂਟ ਨੋਡਿਊਲਸ ਦੇ ਵਿੱਚ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਰਹਿੰਦੇ ਹਨ। ਇਹ ਕੀ ਕਰਦੇ ਹਨ? ਇਹ ਵਾਤਾਵਰਣ ਵਿਚਲੀ ਨਾਈਟ੍ਰੋਜਨ ਨੂੰ ਨਾਈਟ੍ਰੇਟਸ ਵਿੱਚ ਬਦਲਦੇ ਹਨ ਅਤੇ ਇਹ ਨਾਈਟ੍ਰੇਟਸ ਜਦੋਂ ਮਿੱਟੀ ਦੇ ਵਿੱਚ ਵੀ ਮਿਲਦੇ ਹਨ ਅਤੇ ਇਸ ਤਰ੍ਹਾਂ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਸਾਇਨੋਬੈਕਟੀਰੀਆ, ਨੀਲੀ ਹਰੀ ਇਕਾਈ, ਇਹ ਵੀ ਨਾਈਟ੍ਰੋਜਨ ਦਾ ਸਥਿਰੀਕਰਨ ਜਾਂ ਨਾਈਟ੍ਰੋਜਨ ਨੂੰ ਫਿਕਸ ਕਰਦੀ ਹੈ। ਇਸ ਤਰ੍ਹਾਂ ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਪਿਆਰੇ ਬੱਚਿਓ, ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਿਚਲਾ ਸਾਰਾ ਮਟੀਰੀਅਲ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਇਸ ਵੀਡੀਓ ਨੂੰ 2-3 ਵਾਰ ਦੇਖੋ ਤਾਂ ਜੋ ਤੁਹਾਨੂੰ ਇਹ ਜਿਹੜਾ ਟੌਪਿਕ ਹੈ ਚੰਗੀ ਤਰ੍ਹਾਂ ਸਮਝ ਆ ਜਾਵੇ। ਥੈਂਕ ਯੂ ਸੋ ਮਚ।